नॉर्थ ईस्ट तो लैके कश्मीर तो लैके कन्याकुमारी तक ਤਾਂ ਇਹ ਜੋ ਨਫ਼ਰਤ ਔਰ ਹਿੰਦੂਤਵਾ ਕਰ ਹੀ ਰਹੇ ਨੇ। ਲੇਕਿਨ ਬਾਹਰਲੇ ਪਲੇਟਫਾਰਮਸ ਦੇ ਉੱਤੇ ਵੀ ਜਦੋਂ ਤੁਸੀਂ ਉਹਨਾਂ ਦੇ ਮੂੰਹ ਚੋਂ ਨਫ਼ਰਤ ਭਰੇ ਲਫ਼ਜ਼ ਦੇਖਦੇ ਹੋ, ਉਹਨਾਂ ਦੀ ਬਾਡੀ ਲੈਂਗੁਏਜ ਦੇਖਦੇ ਹੋ, ਫਿਰ ਲੱਗਦਾ ਹੈ ਕਿ ਭਾਈ ਇਹ ਜਿਹੜਾ ਜ਼ਹਿਰ ਹੈ ਚਾਰ ਚਫੇਰੇ ਨਫ਼ਰਤ ਦਾ, ਇਸ ਨੇ ਤਾਂ ਇਹਨਾਂ ਦੇ ਸਭ ਤੋਂ ਹਾਈਐਸਟ ਜਿਹੜੇ ਇੰਟੈਲੈਕਚੁਅਲ ਵੀ ਨੇ ਉਹਨਾਂ ਨੂੰ ਵੀ ਡੰਗਿਆ ਹੋਇਆ। ਹੁਣ ਇਹ UN ਸਿਕਿਉਰਿਟੀ ਕੌਂਸਲ ਦੀ ਇਹ ਜਿਹੜੀ ਵਿਮਨ ਪੀਸ ਐਂਡ ਸਿਕਿਉਰਿਟੀ ਦੀ ਇਹਨਾਂ ਦੀ ਮੀਟ ਸੀ, ਉਹਦੇ 'ਚ ਪਾਕਿਸਤਾਨ ਨੇ ਕਿਹਾ ਕਿ ਬਈ ਜੇ ਤੁਸੀਂ ਯੂਨੀਵਰਸਲ ਡਿਸਕਸ ਕਰ ਰਹੇ ਹੋ ਕਿ ਬਈ ਕਿੱਥੇ ਕਿੱਥੇ ਕੀ ਹੈ, ਉਹਦੇ 'ਚ ਕਸ਼ਮੀਰ ਦੀਆਂ ਔਰਤਾਂ ਨੂੰ ਵੀ ਜਿਹੜਾ ਹੈ ਉਹਨਾਂ ਨਾਲ ਕੀ ਵਾਪਰ ਰਿਹਾ ਇਹਨੂੰ ਇਨਕਲੂਡ ਕਰੋ। ਔਰ ਇਸ ਦੇ ਉੱਤੇ ਹੀ ਇਹ ਜਿਹੜਾ ਜ਼ਹਿਰੀਲਾ ਪੂਰਾ ਰਿਐਕਸ਼ਨ ਦਿੱਤਾ ਹੈ ਐਂਬੈਸਡਰ ਹਰੀਸ਼ ਨੇ। ਉਹਨਾਂ ਨੇ ਕਿਹਾ ਕਿ ਵੀ ਹਰ ਸਾਲ ਸਾਨੂੰ ਪਾਕਿਸਤਾਨ ਦਾ ਇਹ ਡਿਲੂਜਨਲ ਟਾਇਰੇਡ ਸੁਣਨਾ ਪੈਂਦਾ ਹੈ। ਉਹ ਜਾਣ ਬੁੱਝ ਕੇ ਜੰਮੂ ਕਸ਼ਮੀਰ ਦੀ ਗੱਲ ਕਰਦੇ ਨੇ। ਜਿਹੜਾ ਉਹਨੇ ਕਿਹਾ ਇਹ ਕੰਟਰੀ that bombs its own people and conducts systematic genocide can only attempt to distract the world with misdirection and hyperbole, Harish said. ਉਹਨੇ ਕਿਹਾ ਵੀ ਜਿਹੜਾ ਮੁਲਕ ਆਪਣੇ ਲੋਕਾਂ ਤੇ ਬੰਬ ਮਾਰਦਾ ਹੈ, ਤੁਸੀਂ ਨਕਸਲਾਈਟਸ ਦੇ ਉੱਤੇ ਛੱਤੀਸਗੜ੍ਹ, ਝਾਰਖੰਡ ਦੂਜੇ ਬੰਬ ਨਹੀਂ ਮਾਰੇ ਹੈ। ਇਸ ਤੋਂ ਵੀ ਇੱਕ ਸਟੈਪ ਅੱਗੇ ਜਾਂਦਾ ਹੈ ਕਿ ਭਾਈ ਇਹ ਜਿਹੜਾ ਪਾਰਟ ਹੈ, ਉਹਨਾਂ ਨੇ ਕਿਹਾ ਪਾਕਿਸਤਾਨ ਕੰਡਕਟਡ ਆਪਰੇਸ਼ਨ ਸਰਚ ਲਾਈਟ ਇਨ 1971। ਬੰਗਲਾਦੇਸ਼ ਜਦੋਂ ਇਹਨਾਂ ਨੇ ਫੌਜ ਭੇਜ ਕੇ ਪਾਕਿਸਤਾਨ ਨੂੰ ਤੋੜਿਆ, ਇਹ ਜੀ 1971 ਚ ਉਹਨਾਂ ਨੇ ਆਪਰੇਸ਼ਨ ਸਰਚ ਲਾਈਟ ਕੀਤਾ। ਐਂਡ ਸੈਂਕਸ਼ਨਡ ਏ ਸਿਸਟਮੈਟਿਕ ਕੈਂਪੇਨ ਆਫ ਜੈਨੋਸਾਈਡਲ ਮਾਸ ਰੇਪ ਆਫ 400,000 women citizens by its own arm। ਤੁਸੀਂ ਦੇਖੋ ਕਿੰਨਾ ਵੱਡਾ ਝੂਠ ਕਿ ਪਾਕਿਸਤਾਨ ਆਰਮੀ ਨੇ ਸੈਂਕਸ਼ਨ ਕੀਤਾ ਕਿ 4 ਲੱਖ ਔਰਤਾਂ ਦੇ ਨਾਲ ਜ਼ਬਰ ਜਨਾਹ ਕਰੋ। ਇਹ UN ਦੇ ਪਲੇਟਫਾਰਮ ਤੇ ਕਹਿ ਰਹੇ ਨੇ। ਹੁਣ ਤੁਸੀਂ ਜੋ ਕੁਛ ਇਹਨਾਂ ਨੇ ਪੰਜਾਬ ਦੇ ਵਿੱਚ ਕੀਤਾ, ਜੋ ਕਸ਼ਮੀਰ 'ਚ ਕੀਤਾ, ਜੋ ਮਨੀਪੁਰ 'ਚ ਕੀ, ਐਵੇਂ ਨਹੀਂ ਮਨੀਪੁਰ ਦੀਆਂ ਔਰਤਾਂ ਨੇ ਪ੍ਰੋਟੈਸਟ ਕੀਤਾ। ਸੋ ਜਿਸ ਮੁਲਕ ਦਾ ਆਪਣਾ ਇਹ ਹਾਲ ਹੋਏ, ਦਿੱਲੀ ਵਰਗਾ ਜਿਹਨੂੰ ਰੇਪ ਕੈਪੀਟਲ ਆਫ ਦਾ ਵਰਲਡ ਕਹਿੰਦੇ ਨੇ, ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਜ਼ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਨਾਈਟਿਡ ਨੇਸ਼ਨਸ ਵਿੱਚ ਭਾਰਤ ਦੇ ਐਂਬੈਸਡਰ ਮਿਸਟਰ ਹਰੀਸ਼ ਨੇ ਪਾਕਿਸਤਾਨ ਤੇ ਸਿੱਧਾ ਹਮਲਾ ਬੋਲਦਿਆਂ ਕਿਹਾ ਕਿ ਪਾਕਿਸਤਾਨ ਉਹ ਮੁਲਕ ਹੈ ਜੋ ਆਪਣੇ ਲੋਕਾਂ ਤੇ ਬੰਬ ਸੁੱਟਦਾ ਹੈ ਅਤੇ 1971 ਵਿੱਚ ਪਾਕਿਸਤਾਨੀ ਫੌਜ ਨੇ ਲੱਖਾਂ ਔਰਤਾਂ ਨਾਲ ਜ਼ਬਰ ਜਨਾਹ ਕੀਤਾ। ਔਰ ਭਾਰਤੀ ਐਂਬੈਸਡਰ ਦਾ ਇਹ ਜ਼ਹਿਰੀਲਾ ਕਮੈਂਟ ਦੱਸਦਾ ਹੈ ਕਿ ਭਾਰਤੀ ਪਾਕਿਸਤਾਨ ਪ੍ਰਤੀ ਕਿੰਨੇ ਜ਼ਹਿਰ ਨਾਲ ਭਰੇ ਹੋਏ ਨੇ। ਸੋ ਇਹ ਹੈ ਹਿੰਦੂਤਵੀ ਦਾ ਅਸਲੀ ਚਿਹਰਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੀ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਦਾ 2014 'ਚ ਨਰਿੰਦਰ ਮੋਦੀ ਪਾਵਰ ਦੇ ਵਿੱਚ ਆਇਆ, ਇਹ ਹਿੰਦੂਤਵਾ ਦੀ ਜ਼ਹਿਰੀਲੀ ਘਾਤਕ ਨਫ਼ਰਤ ਭਰੀ ਵਿਚਾਰਧਾਰਾ ਵਾਲਿਆਂ ਨੇ ਚਾਰ ਚਫੇਰੇ ਉਸ ਜ਼ਹਿਰ ਨੂੰ ਫੈਲਾਇਆ ਹੋਇਆ। ਉਸ ਜ਼ਹਿਰ ਦਾ ਨਤੀਜਾ ਹੈ ਕਿ ਈਵਨ ਭਾਰਤ ਦਾ ਚੀਫ ਜਸਟਿਸ ਆਪਣੇ ਕੋਰਟ ਰੂਮ ਦੇ ਵਿੱਚ ਵੀ ਸੁਰੱਖਿਅਤ ਨਹੀਂ ਹੈ। ਉਸ ਦੇ ਉੱਤੇ ਇੱਕ 71 ਸਾਲ ਦਾ ਬੁੱਢਾ ਹਿੰਦੂਤਵੀ ਵਕੀਲ ਜਿਹੜਾ ਬਾਰ ਐਸੋਸੀਏਸ਼ਨ ਦਾ ਮੈਂਬਰ ਵੀ ਹੈ, ਉਹ ਜੁੱਤੀ ਸੁੱਟਦਾ ਔਰ ਉਹਨੂੰ ਐਜ਼ ਏ ਹੀਰੋ ਉਸ ਨੂੰ ਇੰਡੀਅਨ ਮੀਡੀਆ ਔਰ ਸੋਸ਼ਲ ਮੀਡੀਆ ਜਿਹੜਾ ਹੈ ਉਹ ਚੁੱਕ ਰਿਹਾ ਕਿ ਵੀ ਬਿਲਕੁਲ ਠੀਕ ਕੰਮ ਕੀਤਾ। ਇਹ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਨਫ਼ਰਤ ਦਾ ਲੈਵਲ ਕੀ ਹੈ। ਹਾਲਾਂਕਿ ਨਾ ਤਾਂ ਚੀਫ ਜਸਟਿਸ ਸਿੱਖ ਹੈ, ਨਾ ਮੁਸਲਮਾਨ ਹੈ, ਨਾ ਈਸਾਈ ਹੈ, ਨਾ ਦਲਿਤ ਹੈ, ਪਰ ਜੇ ਈਵਨ ਉਹਨਾਂ ਦੀ ਆਪਣੀ ਨਸਲ 'ਚੋਂ ਉਹਦੀ ਮਾਂ ਜਿਹੜੀ ਹੈ ਉਹਨੂੰ ਤਾਂ ਚੀਫ ਗੈਸਟ ਇਨਵਾਈਟ ਕੀਤਾ ਸੀ RSS ਨੇ, ਔਰ ਇਹਦੇ ਜਿਹੜੇ ਫੈਸਲੇ ਵੀ ਨੇ ਗਵਾਹੀ ਦੇ ਉਹ ਬਿਲਕੁਲ ਹਿੰਦੂਤਵਾ ਦੀ ਲਾਈਨ ਦੇ ਵਿੱਚ ਹੀ ਫਿੱਟ ਹੁੰਦੇ ਨੇ। ਲੇਕਿਨ ਉਹਨੂੰ ਵੀ ਜੇ ਉਹਨੇ ਇੱਕ ਅੱਧਾ ਕੋਈ ਜਿਹੜਾ ਆਫ ਗਾਰਡਡ ਕਾਮੈਂਟ ਕਰ ਦਿੱਤਾ ਤੇ ਉਹਨਾਂ ਦੇ ਲਈ ਉਹ ਜਿਹੜਾ ਹੈ ਉਹ ਸਨਾਤਨ ਦਾ ਅਪਮਾਨ ਹੋ ਗਿਆ। ਸੋ ਇਸ ਕਿਸਮ ਦੇ ਮਾਹੌਲ ਦੇ ਵਿੱਚ ਕੱਲ੍ਹ ਮੈਂ ਇੱਕ ਪੋਡਕਾਸਟ ਇੱਕ RSS ਦੇ ਬੰਦੇ ਦਾ ਜਿਹੜਾ ਭਾਰਤ ਦੀਆਂ ਨਾਰਥ ਈਸਟ ਦੀਆਂ 7 ਸਟੇਟਾਂ ਦੇ ਵਿੱਚ ਜਿਹੜਾ ਉਹ ਜ਼ਾਹਰ ਹੈ RSS ਦਾ ਪ੍ਰਚਾਰਕ ਲੱਗਦਾ ਹੈ, ਹਾਲਾਂਕਿ ਬੜਾ ਨੌਲੇਜੇਬਲ ਜਿਹੜਾ ਉਹਦਾ ਸਾਰਾ ਪਾਰਟ ਸੀ। ਅਤੇ ਉੱਥੋਂ ਮੈਨੂੰ ਅੰਦਾਜ਼ਾ ਹੋਇਆ ਉਹ ਬਿਆਨ ਕਰ ਰਿਹਾ ਵੀ ਨਾਗਾਲੈਂਡ 'ਚ ਕੀ ਹੈ, ਉੱਥੇ ਈਸਾਈਆਂ ਦਾ ਕੀ ਜ਼ੋਰ ਹੈ, ਮਿਜ਼ੋਰਮ 'ਚ ਕੀ ਹੈ, ਮਨੀਪੁਰ ਦੀ ਸਮੱਸਿਆ ਕੀ ਹੈ, ਅਰੁਣਾਚਲ ਦੀ ਕੀ ਹੈ। ਪਰ ਮੈਂ ਇਹ ਦੇਖ ਰਿਹਾ ਸੀ ਵੀ RSS ਨੇ ਕਿਵੇਂ ਸਿਸਟੇਮੈਟਿਕਲੀ ਅਲਟੀਮੇਟਲੀ ਉਹਦਾ ਇਹ ਹੈ ਜੀ, ਇੱਕ ਸ਼ਿਵ ਪੀਠ ਉੱਥੇ ਹੈ, ਅਸਾਮ ਦੇ ਦੇਵਤੇ ਸਾਡੇ ਸ਼ਿਵ ਜੀ ਵਿਸ਼ਨੂੰ ਬ੍ਰਹਮਾ ਦੇ ਨਾਲ ਮਿਲਦੇ ਨੇ, ਅਸੀਂ ਉਹਨਾਂ 'ਚ ਉਹਨਾਂ ਨੂੰ ਸਿਮਿਲੈਰਿਟੀ ਦੱਸ ਰਹੇ ਹਾਂ,
ਅਸੀਂ ਈਸਾਈਆਂ ਨੂੰ ਇਵੇਂ ਜਿਹੜਾ ਉਹ ਚੈੱਕ ਕਰ ਰਹੇ। ਸੋ ਮਤਲਬ ਇਹ ਹੈ ਵੀ ਨਾਰਥ ਈਸਟ ਤੋਂ ਲੈ ਕੇ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਤਾਂ ਇਹ ਜੋ ਨਫ਼ਰਤ ਔਰ ਹਿੰਦੂਤਵਾ ਕਰ ਹੀ ਰਹੇ ਨੇ, ਲੇਕਿਨ ਬਾਹਰਲੇ ਪਲੇਟਫਾਰਮਸ ਦੇ ਉੱਤੇ ਵੀ ਉਹਨਾਂ ਦੇ ਜਿਹੜੇ ਹਾਈਲੀ ਐਜੂਕੇਟਿਡ ਲੋਕ, ਜਦੋਂ ਹੁਣ ਕੋਈ UN ਦੇ ਵਿੱਚ ਐਂਬੈਸਡਰ ਲੱਗਦਾ ਹੈ ਜਾਂ ਅਦਰਵਾਈਜ਼ ਮੁਲਕ ਦਾ ਐਂਬੈਸਡਰ ਲੱਗਦਾ ਹੈ, ਉਹ ਇੰਡੀਅਨ ਫੋਰਨ ਸਰਵਿਸ ਕਰਕੇ ਆਇਆ ਹੈ, ਉਹਦਾ ਇੱਕ ਤਜਰਬਾ ਹੈ। ਪਰ ਜਦੋਂ ਤੁਸੀਂ ਉਹਨਾਂ ਦੇ ਮੂੰਹ 'ਚੋਂ ਨਫ਼ਰਤ ਭਰੇ ਲਫ਼ਜ਼ ਦੇਖਦੇ ਹੋ, ਉਹਨਾਂ ਦੀ ਬਾਡੀ ਲੈਂਗੁਏਜ ਦੇਖਦੇ ਹੋ, ਫਿਰ ਲੱਗਦਾ ਹੈ ਕਿ ਭਾਈ ਇਹ ਜਿਹੜਾ ਜ਼ਹਿਰ ਹੈ ਚਾਰ ਚਫੇਰੇ ਨਫ਼ਰਤ ਦਾ, ਇਸ ਨੇ ਤਾਂ ਇਹਨਾਂ ਦੇ ਸਭ ਤੋਂ ਹਾਈਐਸਟ ਜਿਹੜੇ ਇੰਟੈਲੈਕਚੁਅਲ ਵੀ ਨੇ ਉਹਨਾਂ ਨੂੰ ਵੀ ਡੰਗਿਆ ਹੋਇਆ। ਔਰ ਹੁਣ ਜਿਹੜੀ ਸਟੇਟਮੈਂਟ ਤੁਸੀਂ ਕੋਟ ਕੀਤੀ ਹੈ, ਇਹ ਕੋਈ ਹੋਰ ਨਹੀਂ ਕਹਿ ਰਿਹਾ। ਯੂਨਾਈਟਿਡ ਨੇਸ਼ਨਸ ਦੇ ਵਿੱਚ ਪਰਮਾਨੈਂਟ ਰਿਪਰੈਜ਼ੈਂਟੇਟਿਵ, ਜਿਹਨੂੰ UN ਐਂਬੈਸਡਰ ਕਹਿੰਦੇ ਨੇ, ਉਹ ਮਿਸਟਰ ਪਾਰਵਾਥਨਾਈ ਹਰੀਸ਼ ਹੈ। ਬੁੱਢਾ ਬੰਦਾ ਹੈ, ਲੱਗਦਾ 17 ਸਾਲਾਂ ਦਾ ਹੋਣਾ, ਉਹ ਤੋਂ 2 ਸਾਲ ਘੱਟ ਹੋਏਗਾ। ਔਰ UN ਦੇ ਵਿੱਚ 2 ਦਿਨ ਦੀ ਇੱਕ ਸਪੈਸ਼ਲ ਡਿਬੇਟ ਸੀ ਜਿਹਦਾ ਵਿਸ਼ਾ ਸੀ ਵਿਮਨ ਪੀਸ ਐਂਡ ਸਿਕਿਉਰਿਟੀ, ਇਸ ਵਿਸ਼ੇ ਦੇ ਉੱਤੇ। ਔਰ ਇਹਦੇ 'ਚ ਖਾਸ ਮੁੱਦਾ ਸੀ ਕਿ ਜਿਹੜੀਆਂ ਪੀਸ ਕੀਪਿੰਗ ਫੋਰਸਿਸ ਔਰ ਦੂਸਰੀਆਂ ਜਿਹੜੀਆਂ ਨੇ ਉਹ ਪੀਸ ਕੀਪਰ ਜਾਂਦੇ ਨੇ, ਜਾਂ ਜਿਹੜੇ ਜੰਗ ਦੇ ਖੇਤਰ ਨੇ ਉਹਨਾਂ 'ਚ ਔਰਤਾਂ ਦੇ ਹਕੂਕਾਂ ਨੂੰ 2-day ਗੈਦਰਿੰਗ examined the evolving challenges facing women in peacekeeping operations, ਕਿ ਜਿੱਥੇ from addressing sexual exploitation and abuse of leveraging technology for enhanced effectiveness, which are altogether different. ਹੁਣ ਇਹ UN Security Council ਦੀ ਇਹ ਜਿਹੜੀ women peace and security ਦੀ ਜਿਹੜੀ ਇਹਨਾਂ ਦੀ ਮੀਟ ਸੀ, ਉਹਦੇ 'ਚ ਪਾਕਿਸਤਾਨ ਦੇ ਐਂਬੈਸਡਰ ਨੇ ਬਿਲਕੁਲ ਠੀਕ, ਉਹਨਾਂ ਨੇ ਕਸ਼ਮੀਰ ਦੇ ਵਿੱਚ ਔਰਤਾਂ ਦੇ ਨਾਲ ਕੀ ਹੋ ਰਿਹਾ ਇਸ ਮੁੱਦੇ ਨੂੰ ਚੁੱਕਿਆ। ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਪਾਰਟ ਹੈ ਉਹਦੇ 'ਚ ਸਾਨੂੰ ਇਹ ਦੇਖਣਾ ਹੋਏਗਾ ਕਿ ਕਸ਼ਮੀਰ ਦੇ ਵਿੱਚ ਵੀ ਔਰਤਾਂ ਨੂੰ ਇੱਕ ਹਥਿਆਰ ਦੇ ਤੌਰ 'ਤੇ ਵਰਤਿਆ ਜਾ ਰਿਹਾ। ਔਰ ਉਹਨਾਂ ਨੇ ਕਿਹਾ ਵੀ ਇਹ ਸਾਰੀ ਡਿਸਕਸ਼ਨ 'ਚ ਕਸ਼ਮੀਰੀ ਵਿਮਨ ਦਾ ਫੇਟ ਵੀ ਡਿਸਕਸ ਹੋਣਾ ਚਾਹੀਦਾ ਹੈ। ਟੂ ਐਕਸਕਲੂਡ ਕਸ਼ਮੀਰੀ ਵਿਮਨ ਫਰੋਮ ਦਾ ਵਿਮਨ ਪੀਸ ਐਂਡ ਸਿਕਿਉਰਿਟੀ ਏਜੰਡਾ erases its legitimacy and undermines its universality। ਪਾਕਿਸਤਾਨ ਨੇ ਕਿਹਾ ਕਿ ਬਈ ਜੇ ਤੁਸੀਂ ਯੂਨੀਵਰਸਲ ਡਿਸਕਸ ਕਰ ਰਹੇ ਹੋ ਕਿ ਬਈ ਕਿੱਥੇ ਕਿੱਥੇ ਕੀ ਹੈ, ਉਹਦੇ 'ਚ ਕਸ਼ਮੀਰ ਦੀਆਂ ਔਰਤਾਂ ਨੂੰ ਵੀ ਜਿਹੜਾ ਹੈ ਉਹਨਾਂ ਨਾਲ ਕੀ ਵਾਪਰ ਰਿਹਾ ਇਹਨੂੰ ਇਨਕਲੂਡ ਕਰੋ। ਔਰ ਇਸ ਦੇ ਉੱਤੇ ਹੀ ਇਹ ਜਿਹੜਾ ਜ਼ਹਿਰੀਲਾ ਪੂਰਾ ਰਿਐਕਸ਼ਨ ਦਿੱਤਾ ਹੈ ਐਂਬੈਸਡਰ ਹਰੀਸ਼ ਨੇ ਇੰਡੀਆ ਦੇ, ਉਹਦੇ ਲਫ਼ਜ਼ ਹੀ ਮੈਂ ਦੁਹਰਾਉਣਾ ਚਾਹਾਂਗਾ। ਉਹਨਾਂ ਨੇ ਕਿਹਾ ਕਿ ਵੀ ਹਰ ਸਾਲ ਸਾਨੂੰ ਪਾਕਿਸਤਾਨ ਦਾ ਇਹ ਡਿਲੂਜ਼ਨਲ ਟਾਇਰੇਡ ਸੁਣਨਾ ਪੈਂਦਾ ਹੈ। ਉਹ ਜਾਣ ਬੁੱਝ ਕੇ ਜੰਮੂ ਕਸ਼ਮੀਰ ਦੀ ਗੱਲ ਕਰਦੇ ਨੇ, ਜਿਸ ਟੈਰੀਟਰੀ ਦੀ ਇਹ ਗੱਲ ਕਰ ਰਹੇ ਨੇ। ਫਿਰ ਜਿਹੜੇ ਉਹਨੇ ਕਿਹਾ ਇਹ ਕੰਟਰੀ that bombs its own people and conducts systematic genocide can only attempt to distract the world with misdirection and hyperbole, Harish said। ਉਹਨੇ ਕਿਹਾ ਵੀ ਜਿਹੜਾ ਮੁਲਕ ਆਪਣੇ ਲੋਕਾਂ ਤੇ ਬੰਬ ਮਾਰਦਾ ਹੈ, ਤੁਸੀਂ ਨਕਸਲਾਈਟਸ ਦੇ ਉੱਤੇ ਛੱਤੀਸਗੜ੍ਹ, ਝਾਰਖੰਡ ਦੂਜੇ ਬੰਬ ਨਹੀਂ ਮਾਰੇ ਹੈ, ਤੁਸੀਂ ਡਰੋਨਸ ਦਾ ਔਰ ਬੰਬਸ ਦਾ ਇਸਤੇਮਾਲ ਮਨੀਪੁਰ 'ਚ ਨਹੀਂ ਕੀਤਾ ਹੈ। ਨਾਰਥ ਈਸਟ 'ਚ ਅੱਜ ਵੀ ਉਹ ਭਾਵੇਂ ਮੇਘਾਲਿਆ ਹੋਏ, ਅਰੁਣਾਚਲ ਹੋਏ, ਨਾਗਾਲੈਂਡ ਹੋਏ, ਬਿਨਾਂ ਪਰਮਿਟ ਤੋਂ ਤੁਹਾਡੇ ਕੋਲ ਉੱਥੇ ਜਾ ਨਹੀਂ ਸਕਦਾ, ਕਿਉਂਕਿ ਜੋ ਕੰਮ ਉੱਥੇ ਤੁਸੀਂ ਕਰਦੇ ਹੋ ਜਾਂ ਫੌਜ ਰਾਹੀਂ ਜ਼ੁਲਮ ਕਰਵਾਉਂਦੇ ਹੋ, ਇਹ ਆਪਣੇ ਆਪ ਦੇ ਵਿੱਚ ਐਮਨੈਸਟੀ ਔਰ ਦੂਸਰਿਆਂ ਦੀਆਂ ਰਿਪੋਰਟਾਂ ਕੱਢ ਲਓ। ਔਰ ਇਹ ਫਿਰ ਗੱਲ ਇੱਥੇ ਨਹੀਂ ਰੁਕਦਾ ਕਿ ਜੀ ਇਹ ਜਿਹੜਾ ਮੁਲਕ ਆਪਣਿਆਂ 'ਤੇ ਹੀ ਬੰਬ ਕਰਦਾ ਜਾਂ ਦੂਜਾ, ਉਹਦੇ 'ਤੇ ਫਿਰ ਇਹ ਜਿਹੜਾ ਇਸ ਤੋਂ ਵੀ ਇੱਕ ਸਟੈਪ ਅੱਗੇ ਜਾਂਦਾ ਹੈ ਕਿ ਭਾਈ ਇਹ ਜਿਹੜਾ ਪਾਰਟ ਹੈ, ਉਹਨਾਂ ਨੇ ਕਿਹਾ ਪਾਕਿਸਤਾਨ ਕੰਡਕਟਡ ਆਪਰੇਸ਼ਨ ਸਰਚ ਲਾਈਟ ਇਨ 1971, ਬੰਗਲਾਦੇਸ਼ ਜਦੋਂ ਇਹਨਾਂ ਨੇ ਫੌਜ ਭੇਜ ਕੇ ਪਾਕਿਸਤਾਨ ਨੂੰ ਤੋੜਿਆ ਕਿ ਜੀ 1971 'ਚ ਉਹਨਾਂ ਨੇ ਆਪਰੇਸ਼ਨ ਸਰਚ ਲਾਈਟ ਕੀਤਾ। ਐਂਡ ਸੈਂਕਸ਼ਨਡ ਏ ਸਿਸਟੇਮੈਟਿਕ ਕੈਂਪੇਨ of genocidal mass rape of 400,000 women citizens by its own army। ਤੁਸੀਂ ਦੇਖੋ ਕਿੰਨਾ ਵੱਡਾ ਝੂਠ ਕਿ ਪਾਕਿਸਤਾਨ ਆਰਮੀ ਨੇ ਸੈਂਕਸ਼ਨ ਕੀਤਾ ਕਿ 4 ਲੱਖ ਔਰਤਾਂ ਦੇ ਨਾਲ ਜ਼ਬਰ ਜਨਾਹ ਕਰੋ। ਦੇਖੋ ਇਹ UN ਦੇ ਪਲੇਟਫਾਰਮ ਤੇ ਕਹਿ ਰਹੇ ਨੇ। ਹੁਣ ਤੁਸੀਂ ਇਹਨਾਂ ਨੇ ਪੰਜਾਬ ਦੇ ਵਿੱਚ ਕੀ ਕੀਤਾ, ਇਹਨਾਂ ਦੀ ਫੌਜ ਨੇ ਕਿਸ ਲੈਵਲ ਤੇ ਜਾ ਕੇ ਇਹਨਾਂ ਦਾ ਜਿਹੜਾ ਉਸ ਲੈਵਲ ਦਾ ਬੰਦਾ ਜਿਹੜਾ ਬਾਅਦ ਦੇ ਵਿੱਚ ਗਵਰਨਰ ਵੀ ਲਾਇਆ ਜਾਂਦਾ ਹੈ, ਉਦੋਂ ਇੱਕ ਬ੍ਰਿਗੇਡੀਅਰ ਲੈਵਲ ਦਾ,
ਉਹ 25-30 ਪਿੰਡਾਂ ਦੇ ਝਬਾਲ ਏਰੀਆ ਦੇ ਸਰਪੰਚਾਂ ਪੰਚਾਂ ਨੂੰ ਇਕੱਠਾ ਕਰਕੇ ਕਹਿੰਦਾ ਹੈ ਕਿ ਸੁਧਰ ਜਾਓ ਸਿੱਖੋ, ਨਹੀਂ ਤਾਂ ਅਸੀਂ ਤੁਹਾਡੇ ਸਾਰੇ ਬੰਦੇ ਮਾਰ ਦੇਣੇ ਨੇ, ਤੁਹਾਡੀਆਂ ਔਰਤਾਂ ਨੂੰ ਆਪਣੀਆਂ ਕੰਟੋਨਮੈਂਟ 'ਚ ਰੱਖ ਕੇ ਅਸੀਂ ਉਹ ਨਸਲ ਪੈਦਾ ਕਰਾਂਗੇ ਜਿਹੜੀ ਭਾਰਤ ਨੂੰ ਲਾਇਲ ਹੋਏ। ਔਨ ਰੈਕਰਡ ਹੈ। ਔਰ ਜੋ ਕੁਛ ਇਹਨਾਂ ਨੇ ਪੰਜਾਬ ਦੇ ਵਿੱਚ ਕੀਤਾ ਹੈ, ਜੋ ਕਸ਼ਮੀਰ 'ਚ ਕੀਤਾ ਹੈ, ਜੋ ਮਨੀਪੁਰ 'ਚ ਕੀ, ਐਵੇਂ ਨਹੀਂ ਮਨੀਪੁਰ ਦੀਆਂ ਔਰਤਾਂ ਨੇ ਅਨਡਰੈਸ ਹੋ ਕੇ ਜਿਹੜਾ ਉਹਨਾਂ ਨੇ ਉਹ ਪ੍ਰੋਟੈਸਟ ਕੀਤਾ ਸੀ, ਉਹਨਾਂ ਨੇ ਕਿਹਾ ਤੁਸੀਂ ਵੈਸੇ ਵੀ ਸਾਡੇ ਨਾਲ ਇਹ ਜ਼ਬਰ ਜਨਾਹ ਕਰ ਰਹੇ ਹੋ, ਆਹ ਲਓ ਤੁਸੀਂ ਕਰ ਲਓ ਜੋ ਤੁਸੀਂ ਕਰਨਾ। ਸੋ ਜਿਸ ਮੁਲਕ ਦਾ ਆਪਣਾ ਇਹ ਹਾਲ ਹੋਏ ਔਰ ਜਿਸ ਹੱਦ ਤੱਕ ਜਾ ਕੇ ਉਹਨਾਂ ਦੇ ਕਿੰਨਾ, ਜੇ ਦਿੱਲੀ ਵਰਗਾ ਜਿਹਨੂੰ ਰੇਪ ਕੈਪੀਟਲ ਆਫ ਦਾ ਵਰਲਡ ਕਹਿੰਦੇ ਨੇ, ਸਭ ਤੋਂ ਜ਼ਿਆਦਾ ਅਨਸੇਫ ਜਦੋਂ ਅਮਰੀਕਨ ਐਡਵਾਈਜ਼ਰੀ ਹੁਣ ਦਿੱਤੀ ਜਾਂਦੀ ਹੈ ਭਾਰਤ ਜਾਣ ਵਾਲਿਆਂ ਨੂੰ, ਉਹਨਾਂ ਦੇ ਉੱਤੇ ਹੁੰਦੀ ਹੈ। ਉਹਨਾਂ ਦੀ ਫੌਜ ਨੂੰ ਉਹਨਾਂ ਨੇ ਆਰਮੀ ਸਪੈਸ਼ਲ ਪਾਵਰਸ ਐਕਟ ਦੇ ਥੱਲੇ ਜਿਹੜਾ ਉਹ ਖੁੱਲ੍ਹ ਦਿੱਤੀ ਹੋਈ ਹੈ, ਜਦੋਂ ਮਰਜ਼ੀ ਉਹਨੂੰ ਵਧਾ ਦਿੰਦੇ ਨੇ 6 ਮਹੀਨੇ ਹੋਰ, ਜਿਵੇਂ ਇਹ ਸਾਰੀਆਂ ਹੀ ਨਾਰਥ ਈਸਟ ਦੀਆਂ ਸਟੇਟਾਂ ਲਈ ਹੈ। ਔਰ ਇਸ ਦੇ ਹਵਾਲੇ ਦੇ ਨਾਲ ਜਿਹੜਾ ਉਹਨੇ ਬਿਲਕੁਲ ਜ਼ਹਿਰ ਭਰਿਆ ਪਾਰਟ ਕੀਤਾ। ਮੈਨੂੰ ਇਹ ਲੱਗਦਾ ਵੀ ਪਾਕਿਸਤਾਨ ਦੇ ਖਿਲਾਫ ਇਕੱਲਾ ਇੱਕ ਲੈਵਲ 'ਤੇ ਹੀ ਨਹੀਂ, ਹੁਣ ਵਿਦਨ ਪਾਕਿਸਤਾਨ ਇੰਡੀਆ ਦੀ ਇੰਟਰਫੇਰੈਂਸ ਕੀ ਹੈ। ਜਦੋਂ ਅੱਜ ਇਹ ਖਬਰ ਅਸੀਂ ਦੇਖਦੇ ਹਾਂ ਕਿ ਲੈਫਟੀਨੈਂਟ ਕਰਨਲ ਮੇਜਰ ਅਮੰਗ 11 ਸੋਲਜਰਸ ਕਿਲਡ ਇਨ ਕਲੈਸ਼ਿਸ ਵਿਦ ਜਿਹੜਾ TTP, ਹੁਣ ਤਹਿਰੀਕੇ ਤਾਲਿਬਾਨ ਪਾਕਿਸਤਾਨ ਜਿਹੜੀ ਇੰਡੀਆ ਫੰਡਡ ਹੈ, ਇਹ ਦੋਨੋਂ ਹੀ ਬਾਡੀਜ਼ ਬਲੋਚਿਸਤਾਨ 'ਚ ਬਲੋਚਿਸਤਾਨ ਲਿਬਰੇਸ਼ਨ ਆਰਮੀ ਔਰ TTP, ਉਹਨਾਂ ਨੇ ਇੱਕ ਥਾਂ ਦੇ ਉੱਤੇ ਖੈਬਰ ਪਖਤੂਨਖਵਾ ਦੇ ਵਿੱਚ ਫੌਜ ਨੂੰ ਪਤਾ ਲੱਗਾ ਕਿ ਭਾਈ ਇਹ ਜਿਹੜੇ ਉਹਨਾਂ ਦੇ TTP ਦੇ ਜਿਨ੍ਹਾਂ ਦੇ ਲਈ ਉਹਨਾਂ ਨੇ ਲਫ਼ਜ਼ ਫਿਤਨਾ ਅਲ ਖਵਾਰਿਜੀ, ਯਾਨੀ ਫਿਤਨਾ ਹੁੰਦਾ ਜਿਹੜਾ ਸ਼ੈਤਾਨੀ ਕਰਨ ਵਾਲਾ, ਔਰ ਜਿਹੜਾ ਬਿਲਕੁਲ ਇਹ ਇਸਲਾਮਿਕ ਹਿਸਟਰੀ ਦੀ ਜਿਹੜੀ ਹੈ ਉਸ ਚੋਂ ਲਿਆ ਗਿਆ ਲਫ਼ਜ਼ ਹੈ ਕਿ ਵੀ ਇਹ ਜਿਹੜਾ ਵਾਇਲੈਂਸ ਦੇ ਵਿੱਚ ਯਕੀਨ ਰੱਖਦਾ ਹੈ ਔਰ ਬਿਲਕੁਲ ਫਿਤਨਾ ਰੋਲ ਅਦਾ ਕਰਦਾ ਹੈ। ਉਹਨਾਂ ਦੇ ਵੀ ਮਾਰੇ ਗਏ ਨੇ ਬੰਦੇ, ਲੇਕਿਨ ਪਾਕਿਸਤਾਨ ਦੇ ਕਰਨਲ ਔਰ ਮੇਜਰ ਔਰ ਬਾਕੀ ਜਿਹੜੇ ਸੋਲਜਰ ਨੇ, ਔਰ ਇਹ ਬਿਲਕੁਲ ਇਹ ਜਿਹੜਾ ਸਾਰਾ ਆਪਰੇਸ਼ਨ ਹੈ ਜਿਹੜਾ TTP ਨੂੰ ਖੜਾ ਕਰਨਾ ਹੈ ਔਰ ਉਸ ਸਾਰੇ ਨੂੰ ਜਿਹੜੀ ਇਸ ਵੇਲੇ ਪੁਸ਼ਤ ਪਨਾਹੀ ਹੈ TTP ਨੂੰ, ਉਹ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਦੇ ਰਹੀ ਹੈ, ਜਿਹੜੀ ਭਾਰਤ ਦੇ ਨਾਲ ਘਿਓ ਖਿਚੜੀ ਹੈ। ਔਰ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ, ਆਲਰੇਡੀ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਦਾ ਫੋਰਨ ਮਿਨਿਸਟਰ ਦਿੱਲੀ ਦੇ ਵਿੱਚ ਆ ਕੇ ਬੈਠਾ ਹੈ, ਜਿਹਨੂੰ ਖੁਦ ਨੂੰ ਦਹਿਸ਼ਤਗਰਦ ਐਲਾਨਿਆ ਹੋਇਆ UN ਨੇ, ਲੇਕਿਨ ਇੰਡੀਆ ਜਾਣ ਲਈ ਉਹਨੂੰ ਐਕਸੈਪਸ਼ਨ ਦਿੱਤੀ ਹੈ। ਔਰ ਇਹ ਜਿਹੜਾ ਉੱਥੇ 8 ਦਿਨ ਬੈਠੇਗਾ ਦਿੱਲੀ ਜਾ ਕੇ। ਕਿਹੜਾ ਦੁਨੀਆ ਦੇ ਵਿੱਚ ਕਿਸੇ ਫੋਰਨ ਮਿਨਿਸਟਰ, ਪ੍ਰਾਈਮ ਮਿਨਿਸਟਰ ਜਾਂ ਦੂਜੇ ਦਾ ਦੌਰਾ 2 ਦਿਨ ਜਾਂ 3 ਦਿਨ ਤੋਂ ਵੱਧ ਹੁੰਦਾ? ਅਫਗਾਨਿਸਤਾਨ ਮਿਨਿਸਟਰ ਅਰਾਈਵਸ ਔਨ 8-day ਵਿਜ਼ਿਟ ਟੁਡੇ। ਹੁਣ ਇਹ ਜਿਹੜਾ ਮੁਤੱਕੀ ਹੈ 8 ਦਿਨ ਇਹਨੇ ਦਿੱਲੀ 'ਚ ਬਹਿਣਾ, ਪੈਸੇ ਜਿਹੜੇ ਨੇ ਉਹ ਇਹਨਾਂ ਨੂੰ ਖੁੱਲ੍ਹੇ ਉਹ ਦੇ ਰਹੇ ਨੇ ਇੰਡੀਆ ਵਾਲੇ, ਔਰ ਇਹਨਾਂ ਤੇ ਇੱਕੋ ਹੀ ਏਜੰਡਾ ਹੈ ਕਿ ਵੀ ਤੁਸੀਂ ਪਾਕਿਸਤਾਨ ਨੂੰ ਟਿਕ ਕੇ ਨਹੀਂ ਬਹਿਣ ਦੇਣਾ। ਇਹ TTP ਵੀ ਇਹਨਾਂ ਦੀ ਖੜੀ ਕੀਤੀ ਹੋਈ ਹੈ, ਕਿਤੇ ਨਾ BLA ਰਾਹੀਂ ਵੀ, ਕਿਉਂਕਿ ਅਫਗਾਨਿਸਤਾਨ ਨਾਲ ਜਿਹੜਾ ਉਹ ਪਾਕਿਸਤਾਨ ਦਾ ਬਹੁਤ ਸਾਰਾ ਬਾਰਡਰ ਲੱਗਦਾ ਹੈ, ਜਿਹੜੀ ਕੋਈ ਤਾਰ ਤਾਂ ਨਹੀਂ ਲੱਗੀ ਹੋਈ। ਕੁਛ ਹਿੱਸਾ ਜਿਹੜਾ ਹੈ ਉਹ ਇੱਧਰੋਂ ਈਰਾਨ ਵਾਲੇ ਪਾਸਿਓਂ ਵੀ ਇਨਫਿਲਟਰੇਟ ਇੰਡੀਆ ਕਰਦਾ। ਹੁਣ ਤਾਂ ਚਲੋ ਈਰਾਨ ਨਾਲ ਥੋੜ੍ਹੀ ਜਿਹੀ ਕਸ਼ੀਦਗੀ ਹੋਈ ਹੋਏਗੀ ਸਬੰਧਾਂ ਦੀ, ਲੇਕਿਨ ਚਾਬਹਾਰ ਪੋਰਟ ਨੂੰ ਵੀ ਇਸਤੇਮਾਲ ਕਰਦੇ ਸੀ। ਹੁਣ ਜਦੋਂ ਇਜ਼ਰਾਈਲ ਨਾਲ ਈਰਾਨ ਦੀ ਟੱਕਰ ਵੇਲੇ ਸਾਹਮਣੇ ਆਇਆ ਕਿ ਵੀ ਜਿਹੜੇ ਇੰਡੀਅਨ ਉੱਥੇ ਬੜੇ ਹੋਏ ਸੀ ਉਹ ਤਾਂ ਮੋਸਾਦ ਲਈ ਕੰਮ ਕਰਦੇ ਸੀ, ਲੇਕਿਨ ਇਸ ਸਾਰੇ ਨੂੰ ਜਦੋਂ ਤੁਸੀਂ ਦੇਖਦੇ ਹੋ ਤੇ ਇਹ ਨਜ਼ਰ ਆ ਰਿਹਾ ਕਿ ਵੀ ਭਾਰਤ ਦੀ ਜਿਹੜੀ ਪਹੁੰਚ ਹੈ ਪਾਕਿਸਤਾਨ ਪ੍ਰਤੀ ਜਾਂ ਆਪਣੀਆਂ ਵਿਦਨ ਕੰਟਰੀ ਦਾ ਜੋ ਚੱਲ ਹੀ ਰਿਹਾ ਹੈ, ਲੇਕਿਨ ਇਹ ਉਸ ਪਾਸੇ ਵਾਲੀ ਵੱਧ ਰਹੇ ਨੇ ਕਿ ਅਲਟੀਮੇਟਲੀ ਜਿਹੜਾ ਹੈ ਇਹ ਇਹਨਾਂ ਨੂੰ ਦਹਿਸ਼ਤਗਰਦ ਜਥੇਬੰਦੀਆਂ ਨੂੰ ਵਿਦਨ ਪਾਕਿਸਤਾਨ ਅਨਸਟੇਬਿਲਿਟੀ ਦੇ ਲਈ ਪੈਦਾ ਜਿਹੜਾ ਹੈ ਉਹ ਖੜਾ ਕਰ ਰਹੇ ਨੇ, ਉਹਨਾਂ ਨੂੰ ਫੋਰਟੀਫਾਈ ਕਰ ਰਹੇ ਨੇ। ਔਰ ਇੰਟਰਨੈਸ਼ਨਲ ਪਲੇਟਫਾਰਮ ਤੇ ਜਿੱਥੇ ਭਾਰਤ ਇਸ ਵੇਲੇ ਪੂਰੀ ਤਰ੍ਹਾਂ ਅਲੱਗ ਥਲੱਗ ਹੈ, ਆਈਸੋਲੇਟਡ ਹੈ, ਪਰ ਇਹਨਾਂ ਦਾ ਜ਼ਹਿਰ ਜਿਹੜਾ ਉਹ ਬਰਾਬਰ ਗੁਲਛ ਰਹੇ ਨੇ, ਉਹ ਜ਼ਹਿਰ ਜਿਹੜਾ ਇਹਨਾਂ ਦੇ ਸਾਰੇ ਜਿਹੜਾ ਉਹ ਨਸ ਦੇ ਵਿੱਚ ਭਰਿਆ ਹੋਇਆ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੇ ਨੇ ਬ੍ਰੇਕ ਵਿਊਅਰਸ ਦੋਸਤਾਂ ਨੇ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।